ਅੱਜ ਦੀ ਵੀਡੀਓ ਦਾ ਵਿਸ਼ਾ ਹੈ ਪਹਿਲੇ ਦੌਰ ਦੇ ਕਵੀ ਭਾਈ ਵੀਰ ਸਿੰਘ ਜੀ। ਪਹਿਲੇ ਦੌਰ ਦੇ ਕਵੀਆਂ ਵਿੱਚ ਭਾਈ ਵੀਰ ਸਿੰਘ ਜੀ, ਜਿਨ੍ਹਾਂ ਦਾ ਸਮਾਂ 1872 ਤੋਂ 1957 ਤੱਕ ਦਾ ਸੀ। ਆਪ ਦਾ ਜਨਮ 5 ਦਸੰਬਰ 1872 ਈਸਵੀ ਨੂੰ ਅੰਮ੍ਰਿਤਸਰ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਚਰਨ ਸਿੰਘ ਸੀ, ਜੋ ਖੁਦ ਵੀ ਇੱਕ ਮਹਾਨ ਲੇਖਕ ਸਨ ਤੇ ਦੀਵਾਨ ਕੌੜਾ ਮੱਲ ਦੇ ਵੰਸ਼ ਨਾਲ ਸੰਬੰਧ ਰੱਖਦੇ ਸਨ। ਆਪ ਜੀ ਦੀ ਪਤਨੀ ਦਾ ਨਾਮ ਚਤਰ ਕੌਰ ਸੀ। ਆਪ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਅਤੇ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਪ ਜੀ ਨੂੰ ਆਖਿਆ ਜਾਂਦਾ ਹੈ। ਆਪ ਨੇ 8 ਸਾਲ ਦੀ ਉਮਰ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਿਆ। ਹਰਿੰਦਰਨਾਥ ਚੱਟੋਪਾਧਿਆਏ ਨੇ ਭਾਈ ਸਾਹਿਬ ਨੂੰ ਪੰਜਾਬ ਦਾ 6ਵਾਂ ਦਰਿਆ ਕਿਹਾ। ਹਰਿੰਦਰਨਾਥ ਚੱਟੋਪਾਧਿਆਏ ਨੇ ਕਿਹਾ ਸੀ। ਆਪ ਨੇ 1893 ਈਸਵੀ ਵਿੱਚ ਖਾਲਸਾ ਟਰੈਕਟ ਸੁਸਾਇਟੀ ਦੀ ਸਥਾਪਨਾ ਕੀਤੀ। ਆਪ ਨੇ 1872 ਈਸਵੀ ਵਿੱਚ ਸਰਦਾਰ ਵਜ਼ੀਰ ਸਿੰਘ ਨਾਲ ਰਲ ਕੇ ਵਜੀਦ ਹਿੰਦ ਪ੍ਰੈਸ ਚਲਾਇਆ। 1892 ਈਸਵੀ ਵਿੱਚ ਆਪ ਨੇ 1899 ਈਸਵੀ ਵਿੱਚ ਨਿਰਗੁਣਿਆਰਾ ਪੱਤਰ ਜਾਰੀ ਕੀਤਾ। ਸਿੰਘ ਸਭਾ ਲਹਿਰ ਵਿੱਚ ਆਪ ਦਾ ਵੱਡਮੁੱਲ ਯੋਗਦਾਨ ਰਿਹਾ। ਪੰਜਾਬ ਯੂਨੀਵਰਸਿਟੀ ਵੱਲੋਂ ਆਪ ਨੂੰ 1949 ਈਸਵੀ ਵਿੱਚ ਡਾਕਟਰ ਆਫ ਓਰੀਐਂਟਲ ਦੇ ਸਨਮਾਨ ਵਜੋਂ ਆਪ ਜੀ ਨੂੰ ਨਿਵਾਜਿਆ ਗਿਆ। ਆਪ ਨੇ 1899 ਈਸਵੀ ਵਿੱਚ ਖਾਲਸਾ ਸਮਾਚਾਰ ਪੱਤਰ ਜਾਰੀ ਕੀਤਾ। ਆਪ ਨੇ 1908 ਵਿੱਚ ਪੰਜਾਬ ਐਂਡ ਸਿੰਧ ਬੈਂਕ ਦੀ ਨੀਂਹ ਰੱਖੀ। ਸਿੱਖ ਐਜੂਕੇਸ਼ਨਲ ਕਮੇਟੀ ਤੇ ਸੈਂਟਰਲ ਖਾਲਸਾ ਪ੍ਰਚਾਰਕ ਵਿਦਿਆਲਿਆ ਸਥਾਪਿਤ ਕੀਤੇ। 1909 ਵਿੱਚ ਭਾਈ ਸਾਹਿਬ ਦੀ ਅਗਵਾਈ ਵਿੱਚ ਆਨੰਦ ਮੈਰਿਜ ਐਕਟ ਪਾਸ ਹੋਇਆ। 1952 ਈਸਵੀ ਵਿੱਚ ਆਪ ਨੂੰ ਪੰਜਾਬ ਵਿਧਾਨ ਸਭਾ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਆਪ ਨੂੰ 1954 ਈਸਵੀ ਵਿੱਚ ਵਿੱਦਿਅਕ ਕਾਨਫਰੰਸ ਦੌਰਾਨ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ। 1901 ਵਿੱਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਦਾ ਸਿਹਰਾ ਵੀ ਆਪ ਦੇ ਸਿਰ ਵੱਜਦਾ ਹੈ। ਮਹਿਕਮਾ ਪੰਜਾਬੀ, ਜਿਸਨੂੰ ਕਿ ਹੁਣ ਭਾਸ਼ਾ ਵਿਭਾਗ ਕਿਹਾ ਜਾਂਦਾ ਹੈ, 1951 ਵਿੱਚ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਸੀ ਭਾਸ਼ਾ ਵਿਭਾਗ ਪੰਜਾਬ ਵੱਲੋਂ। 1951 ਵਿੱਚ ਆਪ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ ਜੋੜਿਆ। ਆਪ ਨੇ ਆਪਣੀ ਕਵਿਤਾ ਲਈ ਅਧਿਆਤਮਵਾਦ ਅਤੇ ਰਹੱਸਵਾਦ ਨੂੰ ਆਧਾਰ ਬਣਾਇਆ। ਆਪ ਦੀ ਸਭ ਤੋਂ ਵੱਡੀ ਖੂਬੀ ਇਹ ਰਹੀ ਕਿ ਆਪ ਨੇ ਆਧੁਨਿਕਤਾ ਦੇ ਯੁੱਗ ਵਿੱਚ ਵੀ ਪਰੰਪਰਾ ਦਾ ਪੂਰਾ ਤਿਆਗ ਨਹੀਂ ਕੀਤਾ, ਸਗੋਂ ਪਰੰਪਰਾ ਨੂੰ ਆਧੁਨਿਕਤਾ ਨਾਲ ਮੇਲ ਕੇ ਸੁਧਾਰਵਾਦੀ ਅਤੇ ਉਪਦੇਸ਼ਾਤਮਕ ਰਚਨਾਵਾਂ ਪੰਜਾਬੀ ਕਾਵਿ ਜਗਤ ਨੂੰ ਦਿੱਤੀਆਂ। ਆਪ ਦੀ ਪੁਸਤਕ ਮੇਰੇ ਸਾਈਆਂ ਜੀਓ ਨੂੰ ਭਾਰਤੀ ਸਾਹਿਤ ਅਕਾਦਮੀ ਵੱਲੋਂ 1953 ਵਿੱਚ ਸਨਮਾਨਿਤ ਕੀਤਾ ਗਿਆ। ਆਪ ਨੂੰ 1956 ਈਸਵੀ ਵਿੱਚ ਪਦਮ ਭੂਸ਼ਣ ਐਵਾਰਡ ਨਾਲ ਵੀ ਸਨਮਾਨਿਆ ਗਿਆ। ਆਪ ਨੇ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਰੂਬਾਈ ਤੁਰਿਆਈ ਛੰਦ ਲਿਖਣ ਦਾ ਰਿਵਾਜ ਪਾਇਆ। ਆਪ ਦੀ ਕਾਵਿ ਸ਼ੈਲੀ ਵਿੱਚ ਬੁੱਢਵਰਥ ਵਾਲੀ ਰੰਗਤ ਵੀ ਦੇਖੀ ਜਾ ਸਕਦੀ ਹੈ। ਆਪ ਨੂੰ ਅਰਸ਼ਾਂ ਦਾ ਕਵੀ ਵੀ ਕਿਹਾ ਜਾਂਦਾ ਹੈ। ਕਵਿਤਾਵਾਂ ਤੋਂ ਇਲਾਵਾ ਨਿੱਕੀ ਕਹਾਣੀ, ਗੀਤਕਾਰ, ਨਾਵਲਕਾਰ, ਨਿਬੰਧ ਰਚਨਾ ਆਦਿ ਵਿਧਾਵਾਂ 'ਤੇ ਵੀ ਹੱਥ ਅਜ਼ਮਾਇਆ। ਆਪ ਦਾ ਦੇਹਾਂਤ 10 ਜੂਨ 1957 ਈਸਵੀ ਵਿੱਚ ਹੋਇਆ।
ਦੇਹਾਂਤ ਸਮੇਂ ਆਪ ਦੇ ਅੰਤਿਮ ਸ਼ਬਦ ਸਨ, ਅਬ ਕੀ ਬਾਰ ਬਖਸ਼ ਬੰਦੇ ਕੋ, ਬੋਹਰ ਨ ਭਵਜਲ ਫੇਰਾ। ਇਹ ਆਖਰੀ ਸ਼ਬਦ ਸਨ ਭਾਈ ਵੀਰ ਸਿੰਘ ਜੀ ਦੇ। ਅੱਗੇ ਹੈ ਭਾਈ ਵੀਰ ਸਿੰਘ ਜੀ ਦੀਆਂ ਜੋ ਪੁਸਤਕਾਂ ਹਨ, ਕਾਵਿ ਸੰਗ੍ਰਹਿ ਹਨ, ਉਹਨਾਂ ਦਾ ਵੇਰਵਾ ਇਸ ਤਰ੍ਹਾਂ ਹੈ। ਸਭ ਤੋਂ ਪਹਿਲੀ ਰਚਨਾ ਸੀ ਨਨਾਣ ਭਰਜਾਈ 1900 ਈਸਵੀ ਵਿੱਚ। ਰਾਣਾ ਸੂਰਤ ਸਿੰਘ 1905 ਮਹਾਕਾਵਿ ਸੀ ਇਹ। ਰਾਣਾ ਸੂਰਤ ਸਿੰਘ ਭਰਤਰੀ ਹਰੀ ਜੀਵਨ ਤੇ ਨੀਤੀ ਸ਼ਤਕ 1916 ਵਿੱਚ ਇਹ ਰਚਨਾ ਕੀਤੀ ਗਈ। ਤਿਲ ਤਰੰਗ 1920, ਲਹਿਰਾਂ ਦੇ ਹਾਰ 1921 ਵਿੱਚ ਪ੍ਰਕਾਸ਼ਿਤ ਹੋਈ। ਤਰੇਲ ਤੁਪਕੇ 1921 ਵਿੱਚ, ਰੁਬਾਈਆਂ ਜੋ ਤਰੇਲ ਤੁਪਕੇ ਰੁਬਾਈਆਂ ਸੀ 1921 ਵਿੱਚ। ਗੋਦਾਵਰੀ ਦਾ ਗੀਤ 1922। ਜੀਵਨ ਕੀ ਹੈ 1922 ਵਿੱਚ ਪ੍ਰਕਾਸ਼ਿਤ ਹੋਈ। ਪੁਸ਼ਪਾਵਤੀ ਚੰਦਰਾਵਤ 1922 ਵਿੱਚ ਪ੍ਰਕਾਸ਼ਿਤ ਹੋਈ। ਬਿਸਮਿਲ ਮੋਰ 1922, ਬੁਲਬੁਲ ਤੇ ਰਾਹੀ 1922, ਮਟਕ ਹੁਲਾਰੇ 1922 ਵਿੱਚ। ਬਿਜਲੀਆਂ ਦੇ ਹਾਰ 1927 ਵਿੱਚ ਪ੍ਰਕਾਸ਼ਿਤ ਹੋਈ। ਪ੍ਰੀਤ ਵੀਣਾ 1929 ਵਿੱਚ। ਕੰਬਦੀ ਕਲਾਈ 1933 ਵਿੱਚ। ਕੰਤ ਸਹੇਲੀ 1950 ਵਿੱਚ। ਮੇਰੇ ਸਾਈਆਂ ਜੀਓ 1953 ਵਿੱਚ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਇਸ ਪੁਸਤਕ ਨੂੰ, ਮੇਰੇ ਸਾਈਆਂ ਜੀਓ। ਸਾਹਿਤਕ ਕਲੀਆਂ 1973 ਵਿੱਚ ਪ੍ਰਕਾਸ਼ਿਤ ਹੋਈ। ਸਿੱਕਾਂ ਸਦਰਾਂ 1973 ਵਿੱਚ ਪ੍ਰਕਾਸ਼ਿਤ ਹੋਈ। ਆਵਾਜ਼ ਆਈ 1974 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ਸੀ। ਹੁਣ ਜੋ ਇਹਨਾਂ ਦੇ ਪੁਸਤਕਾਂ ਹਨ, ਕਾਵਿ ਸੰਗ੍ਰਹਿ ਹਨ, ਉਸ ਵਿੱਚ ਕਿਹੜਾ ਕਿਹੜਾ ਵਿਸ਼ਾ ਇਹਨਾਂ ਨੇ ਲਿਆ ਉਹ ਦੇਖਾਂਗੇ। ਨਨਾਣ ਭਰਜਾਈ ਜੋ ਰਚਨਾ ਸੀ, ਇਸ ਵਿੱਚ ਇਹ ਭਾਈ ਸਾਹਿਬ ਦੀ ਪਹਿਲੀ ਕਾਵਿ ਰਚਨਾ ਹੈ। 1900 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ। ਭਾਈ ਸਾਹਿਬ ਵੱਲੋਂ ਇਹ ਰਚਨਾ ਸਮਾਜ ਸੁਧਾਰ ਦੇ ਆਸੇ ਨਾਲ ਲਿਖੀ ਗਈ ਸੀ। ਨਨਾਣ ਭਰਜਾਈ ਜੋ ਰਚਨਾ ਹੈ ਉਸ ਵਿੱਚ ਕੀ ਹੈ, ਸਮਾਜ ਸੁਧਾਰ ਦੇ ਵਿਸ਼ੇ ਹਨ। ਰਾਣਾ ਸੂਰਤ ਸਿੰਘ ਦੂਸਰੀ ਰਚਨਾ ਹੈ ਜੋ ਭਾਈ ਸਾਹਿਬ ਦਾ ਮਹਾਕਾਵਿ ਰਾਣਾ ਸੂਰਤ ਸਿੰਘ 1905 ਈਸਵੀ ਵਿੱਚ ਟਰੈਕਟਾਂ ਦੇ ਰੂਪ ਵਿੱਚ ਅਤੇ 1919 ਵਿੱਚ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹ ਮਹਾਕਾਵਿ 35 ਸਰਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਭਾਈ ਸਾਹਿਬ ਨੇ ਰਾਣੀ ਰਾਜ ਕੌਰ ਦੀ ਪੀੜ ਨੂੰ ਬਿਆਨ ਕੀਤਾ ਹੈ, ਜੋ ਆਪਣੇ ਪਤੀ ਰਾਣਾ ਸੂਰਤ ਸਿੰਘ ਦੀ ਮੌਤ ਮਗਰੋਂ ਬਿਰਹੋਂ ਵਿੱਚ ਤੜਫਦੀ ਹੈ। ਉਸ ਨੂੰ ਇਹ ਸੰਸਾਰ ਖਾਲੀ ਖਾਲੀ ਲੱਗਦਾ ਹੈ। ਭਾਈ ਸਾਹਿਬ ਨੇ ਗੁਰਬਾਣੀ ਨਾਲ ਜੋੜ ਕੇ ਜੋ ਰਾਣੀ ਰਾਜ ਕੌਰ ਹੈ ਉਸ ਦੀ ਪੀੜ ਨੂੰ ਖਤਮ ਕੀਤਾ ਹੈ। ਇਹ ਰਾਣਾ ਸੂਰਤ ਸਿੰਘ ਵਿੱਚ ਜੋ ਉਹਨਾਂ ਦੀ ਪਤਨੀ ਰਾਣੀ ਰਾਜ ਕੌਰ ਸੀ ਉਸ ਬਾਰੇ ਦੱਸਿਆ ਹੈ ਭਾਈ ਸਾਹਿਬ ਨੇ। ਉਸਨੇ ਇੱਕ ਆਦਰਸ਼ ਗੁਰਮੁਖ ਨੂੰ ਪੇਸ਼ ਕੀਤਾ ਹੈ, ਨਾਲ ਹੀ ਆਦਰਸ਼ ਗੁਰਮੁਖ ਦੇ ਜ਼ਰੀਏ ਇੱਕ ਚੰਗੇਰੀ ਨਾਰੀ ਦਾ ਚਰਿੱਤਰ ਵੀ ਪੇਸ਼ ਕੀਤਾ ਹੈ। ਕਿਸ ਬਾਰੇ ਹੈ? ਰਾਣੀ ਰਾਜ ਕੌਰ। ਰਾਣੀ ਰਾਜ ਕੌਰ ਨੇ ਇੱਕ ਇਸਤਰੀ ਹੋ ਕੇ ਵੀ ਸਿੱਖੀ ਵਿੱਚ, ਸਾਧਨਾ ਵਿੱਚ ਇਸਤਰੀ ਪੁਰਖ ਦਾ ਕੋਈ ਭੇਦ ਨਹੀਂ ਮੰਨਿਆ। ਰਾਣਾ ਸੂਰਤ ਸਿੰਘ ਪੰਜਾਬੀ ਦਾ ਪਹਿਲਾ ਮਹਾਕਾਵਿ ਹੈ ਜੋ ਸਿਰਖੰਡੀ ਛੰਦ ਵਿੱਚ ਲਿਖਿਆ ਗਿਆ। ਅਗਲੀ ਰਚਨਾ ਹੈ ਦਿਲ ਤਰੰਗ। ਇਹ ਭਾਈ ਸਾਹਿਬ ਦੀ ਨਿੱਕੀਆਂ ਕਵਿਤਾਵਾਂ ਦਾ ਸਭ ਤੋਂ ਪਹਿਲਾ ਸੰਗ੍ਰਹਿ ਹੈ। ਇਸ ਵਿੱਚ ਨਿੱਕੀਆਂ ਕਵਿਤਾਵਾਂ ਹਨ ਜੋ 1920 ਵਿੱਚ ਪ੍ਰਕਾਸ਼ਿਤ ਹੋਇਆ। ਅਗਲੀ ਰਚਨਾ ਹੈ ਲਹਿਰਾਂ ਦੇ ਹਾਰ। ਇਹ ਸੰਗ੍ਰਹਿ ਦਿਲ ਤਰੰਗ ਦੀਆਂ ਕਵਿਤਾਵਾਂ ਅਤੇ ਤਰੇਲ ਤੁਪਕੇ ਦੀਆਂ 57 ਰੁਬਾਈਆਂ ਤੋਂ ਬਿਨਾਂ ਜੀਵਨ ਕੀ ਹੈ, ਬੁਲਬੁਲ ਦੇ ਰਾਹੀ, ਪੁਸ਼ਪਾਵਤ ਚੰਦਰਾਵਤੀ, ਬਿਸਮਿਲ ਮੋਹਰ ਤੇ ਫੁੰਡਿਆ ਤੋਤਾ ਵਰਗੀਆਂ ਕਵਿਤਾਵਾਂ ਸੰਕਲਿਤ ਹਨ। ਅਗਲੀ ਪੁਸਤਕ ਹੈ ਮਟਕ ਹੁਲਾਰੇ। ਇਸ ਸੰਗ੍ਰਹਿ ਵਿੱਚ ਭਾਈ ਸਾਹਿਬ ਦੀਆਂ ਕਸ਼ਮੀਰ ਦੇ ਸੌਂਦਰਯ ਬਾਰੇ ਲਿਖੀਆਂ ਕਵਿਤਾਵਾਂ ਸੰਕਲਿਤ ਹਨ। ਇਸ ਸੰਗ੍ਰਹਿ ਦਾ ਪ੍ਰਕਾਸ਼ਨ 1922 ਵਿੱਚ ਹੋਇਆ। ਇਸ ਸੰਗ੍ਰਹਿ ਦੀਆਂ ਛੋਟੀਆਂ ਕਵਿਤਾਵਾਂ 3 ਭਾਗਾਂ ਵਿੱਚ ਵਿਭਾਜਿਤ ਹਨ। ਪਹਿਲਾ ਭਾਗ ਹੈ
रस रंग छू, दूसरा है पत्थर कंबनियाँ, तीसरा है कश्मीर नज़ारे। इन्हां तो बिना 4 लम्मियां कवितावां लीली, निशात बाग, ਨੂਰ ਜਹਾਂ, ਫਰਾਮੁਰਜ ਦੀ ਵਿਲਕਣੀ ਇਸ ਸੰਗ੍ਰਹਿ ਵਿੱਚ ਅੰਕਿਤ ਹਨ। ਇਸ ਪੁਸਤਕ ਲਈ ਭਾਈ ਸਾਹਿਬ ਨੂੰ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ 1000 ਰੁਪਏ ਇਨਾਮ ਮਿਲਿਆ ਸੀ ਮਟਕ ਹੁਲਾਰੇ ਲਈ। ਅਗਲੀ ਜੋ ਰਚਨਾ ਹੈ ਸ਼੍ਰੀ ਕਲਗੀਧਰ ਚਮਤਕਾਰ। ਸ਼੍ਰੀ ਕਲਗੀਧਰ ਚਮਤਕਾਰ ਇਹ ਪੁਸਤਕ ਸੰਨ 1925 ਵਿੱਚ ਪ੍ਰਕਾਸ਼ਿਤ ਹੋਈ। ਇਸ ਪੁਸਤਕ ਦੇ 2 ਭਾਗ ਹਨ। ਪੂਰਬਾਰਥ ਵਿੱਚ 56, ਉੱਤਰਾਰਥ ਵਿੱਚ 48 ਸਾਖੀਆਂ ਹਨ। ਇਹਨਾਂ ਤੋਂ ਬਿਨਾਂ 20 ਸਾਖੀਆਂ ਕਵਿਤਾਵਾਂ ਵਿੱਚ ਹਨ। 22 ਗੀਤ ਵੀ ਹਨ। ਇਸ ਵਿੱਚ ਜੋ ਸ਼ਾਮਿਲ ਕੀਤੇ ਗਏ ਹਨ 20 ਸਾਖੀਆਂ ਕਵਿਤਾਵਾਂ ਵਿੱਚ 22 ਗੀਤ ਵੀ ਸ਼ਾਮਿਲ ਕੀਤੇ ਗਏ ਹਨ, ਜੋ ਆਮ ਕਰਕੇ ਸਾਖੀਆਂ ਦੇ ਅੰਤ ਵਿੱਚ ਆਏ ਹਨ। ਅਗਲੀ ਰਚਨਾ ਹੈ ਬਿਜਲੀਆਂ ਦੇ ਹਾਰ। ਇਸ ਪੁਸਤਕ ਵਿੱਚ ਭਾਈ ਸਾਹਿਬ ਦੀਆਂ ਨਿੱਕੀਆਂ ਲੰਮੀਆਂ ਕਵਿਤਾਵਾਂ ਦੋਵੇਂ ਦਰਜ ਹਨ, ਜੋ ਭਾਈ ਸਾਹਿਬ ਦੀ ਖਿਆਲ ਉਡਾਰੀਆਂ ਨੂੰ ਬਿਆਨ ਕਰਦੀਆਂ ਹਨ। ਇਸ ਸੰਗ੍ਰਹਿ ਦਾ ਪ੍ਰਕਾਸ਼ਨ 1927 ਈਸਵੀ ਵਿੱਚ ਹੋਇਆ। ਇਸ ਸੰਗ੍ਰਹਿ ਵਿਚਲੀਆਂ ਲੰਮੀਆਂ ਕਵਿਤਾਵਾਂ ਵਿੱਚ ਇਸ ਪ੍ਰਕਾਰ ਹਨ, ਜੋ ਹੈ ਅਟਕ, ਮਰਦ ਦਾ ਕੁੱਤਾ, ਕੁਤਬ ਦੀ ਲਾਟ, ਬੇਲਾ ਭੁਆਨੀ, ਪਿਆਰ ਅਤੇ ਫਰਜ਼ ਦੀਆਂ ਦੇਵੀਆਂ ਦਾ ਸੰਵਾਦ, ਪਰਮ ਵਰਿਸ਼ ਦੀ ਬਹਾਰ, ਗੰਗਾ ਰਾਮ। ਇਹ ਭਾਈ ਸਾਹਿਬ ਦੀਆਂ ਲੰਮੀਆਂ ਕਵਿਤਾਵਾਂ ਹਨ। ਕਈ ਵਾਰ ਸਵਾਲ ਪੁੱਛ ਲਿਆ ਜਾਂਦਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਲੰਮੀ ਕਵਿਤਾ ਕਿਹੜੀ ਹੈ, ਤਾਂ ਇਸ ਵਿੱਚੋਂ ਤੁਸੀਂ ਨੋਟਸ ਬਣਾ ਸਕਦੇ ਹੋ। ਸ੍ਰੀ ਗੁਰੂ ਨਾਨਕ ਚਮਤਕਾਰ। ਇਸ ਸੰਗ੍ਰਹਿ ਦਾ ਸੰਪਾਦਨ 1928 ਵਿੱਚ ਹੋਇਆ। ਇਸ ਦੇ ਕੁੱਲ 12 ਅਧਿਆਏ ਹਨ। 5 ਪੂਰਬਾਰਥ, 7 ਉੱਤਰਾਰਥ। ਪੂਰਬਾਰਥ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 54 ਅਤੇ ਉੱਤਰਾਰਥ ਵਿੱਚ 41 ਸਾਖੀਆਂ ਹਨ। ਇਹਨਾਂ ਵਿੱਚੋਂ 10 ਸਾਖੀਆਂ ਦੇ ਅੰਤ ਵਿੱਚ ਕਵਿਤਾਵਾਂ ਹਨ। ਇਸ ਤੋਂ ਬਿਨਾਂ 43 ਗੀਤ ਹਨ, ਜੋ ਸਾਖੀਆਂ ਦੇ ਅੰਤ ਵਿੱਚ ਆਉਂਦੇ ਹਨ ਸ਼੍ਰੀ ਗੁਰੂ ਨਾਨਕ ਚਮਤਕਾਰ ਪੁਸਤਕ ਵਿੱਚ। ਅਗਲਾ ਜੋ ਕਾਵਿ ਸੰਗ੍ਰਹਿ ਹੈ ਪ੍ਰੀਤ ਬੀਨਾ। ਇਹ ਇੱਕ ਲੰਮੀ ਕਵਿਤਾ ਹੈ, ਜੋ ਭਾਈ ਸਾਹਿਬ ਨੇ 1928 ਵਿੱਚ ਗੁਲਮਰਗ ਵਿਖੇ ਲਿਖੀ। ਇਸ ਨੂੰ ਸਤੰਬਰ 1929 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਸ ਕਵਿਤਾ ਵਿੱਚ ਆਤਮਾ ਪਰਮਾਤਮਾ ਦੇ ਬਿਰਹੋ ਦੁੱਖ ਅਤੇ ਸੁਹਾਗ ਸੰਜੋਗ ਨੂੰ ਪੇਸ਼ ਕੀਤਾ ਗਿਆ ਹੈ। ਕੰਬਦੀ ਕਲਾਈ। ਇਹ ਪੁਸਤਕ ਸੰਨ 1933 ਵਿੱਚ ਪ੍ਰਕਾਸ਼ਿਤ ਹੋਈ। ਇਸ ਵਿੱਚ ਭਾਈ ਸਾਹਿਬ ਦੁਆਰਾ ਗੁਰਪੁਰਬਾਂ ਤੇ ਅਵਸਰਾਂ 'ਤੇ ਸਮੇਂ-ਸਮੇਂ ਰਚੇ ਧਾਰਮਿਕ ਗੀਤ ਸੰਕਲਿਤ ਹਨ। ਇਹ ਗੀਤ ਪਹਿਲਾਂ ਟਰੈਕਟਾਂ ਅਤੇ ਖਾਲਸਾ ਸਮਾਚਾਰ ਦੇ ਅੰਕ ਵਿੱਚ ਪ੍ਰਕਾਸ਼ਿਤ ਹੁੰਦੇ ਹਨ ਤੇ ਉਸ ਤੋਂ ਬਾਅਦ ਇਹ ਪੁਸਤਕ ਕੰਬਦੀ ਕਲਾਈ ਵਿੱਚ ਪ੍ਰਕਾਸ਼ਿਤ ਹੋਏ ਹਨ। ਕੰਤ ਸਹੇਲੀ। ਇਹ 12 ਮਾਹ ਦੇ ਰੂਪ ਵਿੱਚ ਸੰਨ 1950 ਵਿੱਚ ਲਿਖੀ ਗਈ ਕਵਿਤਾ। ਇਸ ਵਿੱਚ ਆਤਮਾ ਪਰਮਾਤਮਾ ਵਿਛੋੜੇ ਦਾ ਦੁੱਖ ਨਿਰੂਪਤ ਹੋਇਆ ਹੈ। ਕੰਤ ਸਹੇਲੀ ਵਿੱਚ ਸ੍ਰੀ ਅਸ਼ਟਗੁਰੂ ਚਮਤਕਾਰ। ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ 1952 ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਬਾਕੀ 8 ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸੰਕਲਿਤ ਹਨ ਇਸ ਵਿੱਚ। ਪਰੰਤੂ ਭਾਈ ਸਾਹਿਬ ਚੌਥੇ ਗੁਰੂ ਰਾਮਦਾਸ ਜੀ ਤੱਕ ਹੀ ਕੰਮ ਕਰ ਸਕੇ। ਬਾਕੀ ਦਾ ਕੰਮ ਡਾਕਟਰ ਬਲਵੀਰ ਸਿੰਘ ਨੇ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਅਸ਼ਟ ਅਧਿਆਏ ਹੈ ਜੋ ਉਹਨਾਂ ਦੀ ਜੋ ਪੁਸਤਕ ਹੈ ਅਧੂਰੀ ਰਹਿ ਗਈ ਸੀ, ਤਾਂ ਡਾਕਟਰ ਬਲਵੀਰ ਸਿੰਘ ਨੇ ਇਸ ਨੂੰ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਗੇ ਹੈ ਮੇਰੇ ਸਾਈਆਂ ਜੀਓ। ਇਹ 1953 ਵਿੱਚ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਭਾਈ ਸਾਹਿਬ ਜਿਉਂਦਿਆਂ ਜੀ ਪ੍ਰਕਾਸ਼ਿਤ ਹੋਈ ਆਖਰੀ ਪੁਸਤਕ ਹੈ। ਇਹ ਇਹਨਾਂ ਦੇ ਜਿਉਂਦਿਆਂ ਜੀ ਦੀ ਆਖਰੀ ਪੁਸਤਕ ਹੈ। ਉਸ ਤੋਂ ਬਾਅਦ ਇਹਨਾਂ ਦੀ ਜੋ ਜੋਤੀ ਜੋਤ ਸਮਾਉਣ ਤੋਂ ਬਾਅਦ ਡੈਥ ਤੋਂ ਬਾਅਦ ਹੀ ਇਹਨਾਂ ਦੀ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ।
ਜੋ ਇਹ ਪੁਸਤਕ ਹੈ ਇਸ ਵਿੱਚ 72 ਕਵਿਤਾਵਾਂ, ਜਿਨ੍ਹਾਂ ਵਿੱਚ 11 ਰੁਬਾਈਆਂ, 9 ਛੰਦਬੰਦ ਕਵਿਤਾਵਾਂ ਤੋਂ ਇਲਾਵਾ ਮੁਕਤ ਛੰਦ ਵਿੱਚ ਲਿਖੀਆਂ ਕੁਝ ਕਵਿਤਾਵਾਂ ਸੰਕਲਿਤ ਹਨ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਨਿੱਜੀ ਅਨੁਭਵ ਦੇ ਅਹਿਸਾਸ ਅਤੇ ਨਿੱਜੀ ਵਿਲੱਖਣੀਆਂ ਨੂੰ ਅਭਿਵਿਅਕਤ ਕਰਦੀਆਂ ਹਨ। ਇੱਥੇ ਆਦਰਸ਼ ਪ੍ਰੀਤਮ ਦੇ ਵਿਛੋੜੇ ਦੀਆਂ ਕਸ਼ਕਾਂ, ਆਦਰਸ਼ ਪ੍ਰੀਤਮ ਨਾਲ ਸਨਮੁਖਤਾ ਅਤੇ ਭਾਵਾਂ ਦੇ ਉਛਾਲਿਆਂ ਨੂੰ ਉਲੀਕਿਆ ਗਿਆ ਹੈ। ਯਾਨੀ ਕਿ ਨਿੱਜੀ ਭਾਵ, ਨਿੱਜੀ ਅਨੁਭਵ ਜੋ ਉਹਨਾਂ ਨੇ ਅਨੁਭਵ ਕੀਤੇ, ਉਹਨਾਂ ਬਾਰੇ ਕਵਿਤਾਵਾਂ ਮੇਰੇ ਸਾਈਆਂ ਜੀਓ ਵਿੱਚ ਲਿਖੀਆਂ ਗਈਆਂ ਹਨ। ਭਾਈ ਸਾਹਿਬ ਦੀਆਂ ਕਵਿਤਾਵਾਂ ਵਿਚਲੇ ਵਿਸ਼ੇ, ਇਹ ਜੋ ਉੱਪਰ ਵਿਸ਼ੇ ਸੀ, ਜੋ ਇਹਨਾਂ ਦੀ ਪ੍ਰਕਾਸ਼ਿਤ ਪੁਸਤਕਾਂ ਹਨ ਉਹਨਾਂ ਵਿੱਚ ਕੀ ਕੀ ਵਿਸ਼ੇ ਲਏ ਗਏ ਹਨ। ਹੁਣ ਇਹਨਾਂ ਦੀਆਂ ਕੁਝ ਕਵਿਤਾਵਾਂ ਜੋ ਲਿਖੀਆਂ ਹਨ ਉਹਨਾਂ ਦੇ ਵਿਸ਼ੇ ਕੀ ਹਨ ਉਸ ਬਾਰੇ ਦਿੱਤਾ ਗਿਆ ਹੈ। ਜਿਵੇਂ ਕਵਿਤਾ ਹੈ ਨਿੱਕੀ ਗੋਦ। ਇਸ ਵਿੱਚ ਪ੍ਰਕਿਰਤੀ ਦੀ ਖੂਬਸੂਰਤੀ, ਨੂਰੀ ਪ੍ਰੀਤਮ ਦੇ ਦੀਦਾਰ ਨੂੰ ਮਾਣਿਆ ਗਿਆ ਹੈ। ਨਿੱਕੀ ਗੋਦ ਵਿੱਚ ਅੱਜ ਨੂਰ ਦੇ ਤੜਕੇ, ਜਦੋਂ ਲੈ ਰਹੀ ਸੀ ਸਵੇਰ ਅੰਗੜਾਈਆਂ, ਪਹੂ ਪਠਾਲੇ ਦੀ ਗੋਦ ਵਿੱਚ, ਇੱਕ ਖਿੜੇ ਗੁਲਾਬ ਦੀ ਕੂਲੀ ਗੋਦ ਵਿੱਚ, ਤੁਸੀਂ ਖੇਲ ਰਹੇ ਸੋ ਮੇਰੇ ਸਾਈਆਂ। ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ। ਜੋ ਇਹ ਕਵਿਤਾ ਹੈ ਇਹ ਇੱਕ ਰੁਬਾਈ ਹੈ ਜਿਸ ਵਿੱਚ ਗੁਲਾਬ ਦੇ ਫੁੱਲ ਦੇ ਮਾਧਿਅਮ ਰਾਹੀਂ ਪ੍ਰਕਿਰਤੀ ਸੂਝ ਦੇਖਣ ਤੇ ਮਾਨਣ ਦਾ ਉਪਦੇਸ਼ ਦਿੱਤਾ ਗਿਆ ਹੈ। ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹਟ ਮਹਿਕਦੀ ਲਾਈ, ਅਚਨਚੇਤੀ ਦਾ ਝਲਕਾ। ਇਸ ਵਿੱਚ ਪ੍ਰੀਤਮ ਮਿਲਾਪ ਨੂੰ ਰੋਮਾਂਟਿਕ ਅੰਦਾਜ਼ ਵਿੱਚ ਚਿਤਰਿਆ ਗਿਆ ਹੈ। ਤਿਲਕ ਗਈ ਮੇਰੇ ਹੱਥ ਦੀ ਪੂਣੀ, ਚੁੱਪ ਹੋ ਗਈ ਕੁੜਿੰਦੜੀ ਚਰਖੀ। ਅੱਗੇ ਹੈ ਸਮਾਂ ਕਵਿਤਾ। ਇਹ ਕਵਿਤਾ ਦੇ 2 ਭਾਗ ਹਨ। ਸਮੇਂ ਦਾ ਮਾਨਵੀਕਰਨ, ਸਮੇਂ ਦਾ ਸਦਉਪਯੋਗ। ਰਹੀ ਵਾਸਤੇ ਕਤ ਸਮੇਂ ਨੇ ਇੱਕ ਨਾ ਮੰਨੀ, ਫੜਫੜ ਰਹੀ ਤਰੇਕ ਸਮੇਂ ਖਿਸਕਾਈ ਕੰਨੀ। ਇਹ ਕਵਿਤਾਵਾਂ ਦੇ ਵਿਸ਼ੇ ਹਨ ਬਈ। ਭਾਈ ਸਾਹਿਬ ਦੀਆਂ ਲੰਮੀਆਂ ਕਵਿਤਾਵਾਂ। ਹੁਣ ਕੁਝ ਭਾਈ ਸਾਹਿਬ ਦੀਆਂ ਲੰਮੀਆਂ ਕਵਿਤਾਵਾਂ ਬਾਰੇ ਦੱਸਿਆ ਗਿਆ ਹੈ। ਫਰਾਂ ਮੁਰਝ ਦੀ ਵਿਲਕਣੀ, ਇਹ ਲੰਮੀ ਕਵਿਤਾ ਹੈ, ਪਿੱਛੇ ਵੀ ਪੜ੍ਹਿਆ ਹੈ। ਮਰਦ ਦਾ ਕੁੱਤਾ, ਬੁਲਬੁਲ ਦੇ ਰਾਹੀ, ਇਹ ਭਾਈ ਸਾਹਿਬ ਦੀਆਂ ਲੰਮੀਆਂ ਕਵਿਤਾਵਾਂ ਹਨ। ਇਸ ਦੇ ਵਿਸ਼ੇ ਇਹ ਜੋ ਫਰਾਂ ਮੁਰਝ ਦੀ ਵਿਲਕਣੀ ਹੈ ਇਹ ਇੱਕ ਪਿਆਰ ਕੁੱਠੇ ਦਿਲ ਦਾ ਵਾਰਤਾਲਾਪ ਹੈ। ਨਿਰੋਲ ਵੈਣਿਕ ਸੁਰ ਵਾਲੀ ਹੈ। 122 ਪੰਕਤੀਆਂ ਦੀ ਇਹ ਕਵਿਤਾ ਮੁੱਢਲੀ 17 ਵਿੱਚ 12 ਦਰੀ ਦਾ ਵਰਣਨ ਹੈ ਜਿਨ੍ਹਾਂ ਵਿੱਚ ਫਰਾਂ ਮੁਰਝ ਸੁੱਤਾ ਪਿਆ ਹੈ। ਅਗਲੀਆਂ 105 ਪੰਕਤੀਆਂ ਵਿੱਚ ਫਰਾਂ ਮੁਰਝ ਦੀ ਆਪਣੀ ਪ੍ਰੇਮਿਕਾ ਲਾਲਾ ਰੁੱਖ ਦੀ ਛੂਹ ਲਈ ਵਿਲਕਣੀ ਹੈ। ਮਰਦ ਦਾ ਕੁੱਤਾ ਹੈ, ਇਹ 2 ਭਾਗਾਂ ਵਿੱਚ ਕਵਿਤਾ ਹੈ। ਬੁਲਬੁਲ ਤੇ ਰਾਹੀ, ਇਹ ਕਵਿਤਾ ਭਾਈ ਸਾਹਿਬ ਨੇ ਸਤੰਬਰ 1907 ਵਿੱਚ ਨੈਨੀਤਾਲ ਵਿਖੇ ਲਿਖੀ ਸੀ। ਇਸ ਲੰਮੀ ਵਾਰਤਾਲਾਪੀ ਕਵਿਤਾ ਵਿੱਚ ਬੁਲਬੁਲ ਤੇ ਰਾਹੀ ਦਾ ਆਪਸੀ ਸੰਵਾਦ ਹੈ। ਇੱਕ ਬੁਲਬੁਲ ਨੂੰ ਬਹਾਰ ਦੇ ਮੌਸਮ ਵਿੱਚ ਫੜ ਕੇ ਪਿੰਜਰੇ ਵਿੱਚ ਪਾ ਲਿਆ ਜਾਂਦਾ ਹੈ। ਕੁਝ ਚਿਰ ਪਿੱਛੋਂ ਇੱਕ ਬੱਚੇ ਪਾਸੋਂ ਤਾਕੀ ਖੁੱਲ੍ਹੀ ਰਹਿ ਜਾਂਦੀ ਹੈ। ਬੁਲਬੁਲ ਆਜ਼ਾਦ ਹੋ ਜਾਂਦੀ ਹੈ, ਪਰੰਤੂ ਜਦੋਂ ਉਹ ਬਾਗ ਵਿੱਚ ਆਉਂਦੀ ਹੈ ਤਾਂ ਪਤਝੜ ਦਾ ਮੌਸਮ ਹੈ। ਬਾਗ ਨੂੰ ਇਸ ਤਰ੍ਹਾਂ ਉਜੜਿਆ ਵੇਖ ਬੁਲਬੁਲ ਉਦਾਸ ਹੁੰਦੀ ਹੈ, ਬਿਰਲਾਪ ਕਰਦੀ ਹੈ। ਇਸ ਤਰ੍ਹਾਂ ਇਸ ਕਵਿਤਾ ਰਾਹੀਂ ਪਰਿਵਰਤਨ ਦੇ ਨਿਯਮ ਤੋਂ ਜਾਣੂ ਕਰਵਾਇਆ ਗਿਆ ਹੈ। ਇਹ ਸਨ ਭਾਈ ਵੀਰ ਸਿੰਘ ਜੀ ਦੀਆਂ ਕਵਿਤਾਵਾਂ, ਕਾਵਿ ਸੰਗ੍ਰਹਿ, ਪੁਸਤਕਾਂ। ਅੱਗੇ ਧਨੀ ਰਾਮ ਚਾਤ੍ਰਿਕ ਜੀ। ਇਹ ਵੀਡੀਓ ਲੰਮੀ ਹੋ ਗਈ ਹੈ ਬਹੁਤ ਜ਼ਿਆਦਾ। ਜੋ ਧਨੀ ਰਾਮ ਚਾਤ੍ਰਿਕ ਜੀ ਉਹ ਵੀ ਆਧੁਨਿਕ ਕਵੀ ਹਨ ਅਤੇ ਇਹਨਾਂ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਕਰਾਂਗੇ। ਕਮੈਂਟ ਕਰਕੇ ਦੱਸਣਾ ਕਿ ਵੀਡੀਓ ਜੋ ਕਿ ਇੰਪੋਰਟੈਂਟ ਨੋਟਸ ਵਿੱਚੋਂ ਹੀ ਬਣਾਈ ਗਈ ਹੈ ਕਿਸ ਤਰ੍ਹਾਂ ਦੀ ਲੱਗੀ ਹੈ। ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ।